आईपीएस मैथ क्लासेस यूट्यूब चैनल ਦੇ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ ਆਈਪੀਐਸ ਮੈਥ ਕਲਾसेस YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। ਆਈਪੀਐਸ ਮੈਥ ਕਲਾसेस YouTube ਚੈਨਲ ਵਿੱਚ 10ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਅੱਜ ਵਿਦਿਆਰਥੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਐਕਸਰਸਾਈਜ਼ 13.1 ਸਤਹ ਦਾ ਖੇਤਰਫਲ ਸਰਫੇਸ ਏਰੀਆ ਅਤੇ ਵੋਲਿਊਮ ਆਇਤਨ। ਤਾਂ ਬਹੁਤ ਹੀ ਆਸਾਨ ਚੈਪਟਰ ਹੈ ਵਿਦਿਆਰਥੀਓ। ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਫਾਰਮੂਲੇਜ਼ ਤੁਹਾਨੂੰ ਲਰਨ ਕਰਵਾ ਦਿੱਤੇ ਸੀਗੇ ਬਹੁਤ ਹੀ ਆਸਾਨ ਤਰੀਕੇ ਨਾਲ। ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਫਾਰਮੂਲੇ ਜ਼ਰੂਰ ਲਰਨ ਕਰ ਲਓ। ਇਸ ਵੀਡੀਓ ਵਿੱਚ ਆਪਾਂ ਫਰਸਟ ਕੁਐਸਚਨ ਸ਼ੁਰੂ ਕਰਨ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਫਰਸਟ ਕੁਐਸਚਨ, ਦੋ ਕਣ ਜਿਨ੍ਹਾਂ ਵਿੱਚੋਂ ਹਰੇਕ ਦਾ ਆਇਤਨ 64 ਸੈਂਟੀਮੀਟਰ ਹੈ, 64 ਸੈਂਟੀਮੀਟਰ ਦੀ ਪਾਵਰ 3 ਹੈ ਤੇ ਸਮਾਨ ਫਲਕਾਂ ਨੂੰ ਮਿਲਾ ਕੇ ਇੱਕ ਠੋਸ ਬਣਾਇਆ ਜਾਂਦਾ ਹੈ। ਇਸ ਨਾਲ ਪ੍ਰਾਪਤ ਘਨਾਵ ਦੀ ਸਤਹ ਦਾ ਖੇਤਰਫਲ ਪਤਾ ਕਰੋ। ਸਭ ਤੋਂ ਪਹਿਲਾਂ ਵਿਦਿਆਰਥੀਓ ਕਣ ਦਾ ਆਪਾਂ ਨੂੰ ਆਇਤਨ ਦਿੱਤਾ ਹੈ। ਫਰਸਟ ਜਿਹੜਾ ਕਣ ਹੈ, ਦੋ ਕਣ ਦਿੱਤੇ ਆਪਾਂ ਨੂੰ, ਉਹਨਾਂ ਦਾ ਆਇਤਨ ਜਿਹੜਾ ਉਹ ਕਿੰਨਾ ਹੈ 64 ਸੈਂਟੀਮੀਟਰ ਦੀ ਪਾਵਰ 3। ਤਾਂ ਫਿਰ ਕਣ ਦਾ ਆਇਤਨ ਕਿਹਦੇ ਬਰਾਬਰ ਹੁੰਦਾ ਹੈ? ਫਾਰਮੂਲਾ ਤੁਹਾਨੂੰ ਦੱਸਿਆ ਹੋਇਆ ਵਿਦਿਆਰਥੀਓ, ਭੁਜਾ ਦੀ ਪਾਵਰ 3। ਤਾਂ ਭੁਜਾ ਦੀ ਪਾਵਰ 3, ਤਾਂ ਭੁਜਾ ਦੀ ਪਾਵਰ 3 ਬਰਾਬਰ ਕਿੰਨਾ ਆ ਗਿਆ 64। ਭੁਜਾ ਦੀ ਪਾਵਰ 3 ਬਰਾਬਰ 4 ਦੀ ਪਾਵਰ 3। ਤਾਂ ਭੁਜਾ ਆਪਣੇ ਕੋਲ ਕਿੰਨੀ ਆ ਗਈ 4 ਸੈਂਟੀਮੀਟਰ। ਤਾਂ ਫਿਰ ਦੇਖੋ ਵਿਦਿਆਰਥੀਓ, ਯਾਨੀ ਕਿ ਪਹਿਲੇ ਕਣ ਦੀ ਭੁਜਾ ਉਹ ਕਿੰਨੀ ਆ ਗਈ 4 ਸੈਂਟੀਮੀਟਰ। ਤਾਂ ਦੋ ਕਣਾਂ ਨੂੰ ਮਿਲਾ ਕੇ ਬਣਾਇਆ ਗਿਆ। ਦੂਜੇ ਕਣ ਦੀ ਭੁਜਾ ਉਹ ਵੀ ਕਿੰਨੀ ਆਏਗੀ 4 ਸੈਂਟੀਮੀਟਰ। ਦੋਨੋਂ ਕਣਾਂ ਨੂੰ ਫਿਰ ਕੀ ਕਰ ਦਿੱਤਾ ਗਿਆ, ਕਹਿੰਦਾ ਜੋੜ ਦਿੱਤਾ ਗਿਆ। ਦੋ ਕਣਾਂ ਨੂੰ ਜੋੜ ਦਿੱਤਾ ਗਿਆ, ਸੇਮ ਕਣ ਸੀਗੇ ਉਹਨਾਂ ਨੂੰ ਜੋੜ ਦਿੱਤਾ ਗਿਆ ਇਸ ਤਰ੍ਹਾਂ। ਤਾਂ ਹੁਣ ਤੁਸੀਂ ਦੇਖੋ ਵਿਦਿਆਰਥੀਓ, ਕਣ ਦੀ ਲੰਬਾਈ ਚੌੜਾਈ ਤੇ ਉਚਾਈ ਬਰਾਬਰ ਹੁੰਦੀ ਹੈ। ਇਹ ਵੀ 4 ਤੇ ਇਹ ਵੀ 4। ਤਾਂ ਫਿਰ ਜਿਹੜਾ ਘਨਾਵ ਬਣਿਆ ਦੋਨਾਂ ਨੂੰ ਜੋੜਨ ਤੋਂ ਬਾਅਦ, ਤਾਂ ਘਨਾਵ ਦੀ ਲੰਬਾਈ ਫਿਰ ਕਿੰਨੀ ਹੋਗੀ 4 + 4 ਕੁੱਲ ਕਿੰਨੀ ਹੋਗੀ 8 ਸੈਂਟੀਮੀਟਰ। ਇਹ ਇੰਪੋਰਟੈਂਟ ਸਟੈਪ ਸੀਗਾ। ਤੇ ਘਨਾਵ ਦੀ ਚੌੜਾਈ ਤਾਂ 4 ਸੈਂਟੀਮੀਟਰ ਹੀ ਰਹੀ ਤੇ ਘਨਾਵ ਦੀ ਉਚਾਈ ਕਿੰਨੀ ਆ ਗਈ, ਉਹ ਵੀ 4 ਸੈਂਟੀਮੀਟਰ। ਉੱਚਾ ਤਾਂ ਉਹਨਾਂ ਹੀ ਰਹੇਗਾ। ਤਾਂ ਉਸ ਤੋਂ ਬਾਅਦ ਘਨਾਵ ਦਾ ਸਤਹ ਦਾ ਖੇਤਰਫਲ ਇਹ ਆਪਾਂ ਪਤਾ ਕਰਨਾ ਹੈ। ਤਾਂ ਫਾਰਮੂਲੇ ਤੁਹਾਨੂੰ ਸਾਰੇ ਲਿਖਾ ਚੁੱਕੇ ਹਾਂ। ਫਾਰਮੂਲਾ ਕੀ ਸੀਗਾ, 2 ਗੁਣਾ LB + BH + HL। ਲੰਬਾਈ ਗੁਣਾ ਚੌੜਾਈ, ਚੌੜਾਈ ਗੁਣਾ ਉਚਾਈ, ਉਚਾਈ ਗੁਣਾ ਲੰਬਾਈ। ਤਾਂ ਵਿਦਿਆਰਥੀਓ ਵੈਲਿਊਜ਼ ਪੁੱਟ ਕਰੋ ਬਸ। ਲੰਬਾਈ ਕਿੰਨੀ ਹੈ 8, ਚੌੜਾਈ 4, ਫਿਰ ਚੌੜਾਈ 4, ਉਚਾਈ ਵੀ 4 ਤੇ ਉਚਾਈ 4 ਤੇ ਲੰਬਾਈ ਕਿੰਨੀ ਹੈ 8। ਇਹ ਵੈਲਿਊਜ਼ ਪੁੱਟ ਕਰਤੀ ਤੇ ਲਾਸਟ ਸਟੈਪ ਤੇ ਕੁਐਸਚਨ 8 ਗੁਣਾ 4 32, 4 ਗੁਣਾ 4 16, 8 ਗੁਣਾ 4 32। ਤਾਂ ਇਹਨਾਂ ਦਾ ਜੋੜ 32 32 64, 64 ਚ 70 ਤੇ 10 80, 80 ਦੀ 2 ਨਾਲ ਗੁਣਾ ਕਰੀਏ ਤਾਂ ਆਪਣੇ ਕੋਲ ਕਿੰਨਾ ਆ ਗਿਆ 160। ਤੇ ਇਹ ਯਾਦ ਰੱਖਣਾ ਹੈ, ਘਨਾਵ ਦੇ ਸਤਹ ਦੇ ਖੇਤਰਫਲ ਚ ਪਾਵਰ 2 ਲਗਾਣੀ ਹੈ ਆਪਾਂ। ਤਾਂ ਆਪਣੇ ਕੋਲ ਘਨਾਵ ਦੀ ਸਤਹ ਦਾ ਖੇਤਰਫਲ ਕਿੰਨਾ ਆ ਗਿਆ ਜੋ ਆਪਾਂ ਪਤਾ ਕਰਨਾ ਸੀ, ਬਰਾਬਰ 160 ਸੈਂਟੀਮੀਟਰ ਦੀ ਪਾਵਰ 2। ਤਾਂ ਵਿਦਿਆਰਥੀਓ ਫਰਸਟ ਕੁਐਸਚਨ ਕੰਪਲੀਟ ਹੋ ਗਿਆ। ਨੈਕਸਟ ਕੁਐਸਚਨ ਵੱਲ ਚਲਦੇ ਹਾਂ। ਸੈਕਿੰਡ ਕੁਐਸਚਨ, ਕੋਈ ਬਰਤਨ ਇੱਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਖੋਖਲਾ ਬੇਲਣ ਲੱਗਿਆ ਹੋਇਆ ਹੈ। ਅਰਧ ਗੋਲੇ ਦਾ ਵਿਆਸ 14 ਸੈਂਟੀਮੀਟਰ ਹੈ ਅਤੇ ਇਸ ਬਰਤਨ ਦੀ ਕੁੱਲ ਉਚਾਈ 13 ਸੈਂਟੀਮੀਟਰ ਹੈ। ਇਸ ਬਰਤਨ ਦਾ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰੋ। ਤਾਂ ਦੇਖੋ ਵਿਦਿਆਰਥੀਓ, ਇਹ ਅਰਧ ਗੋਲਾ ਹੈ, ਇਸ ਦੇ ਉੱਪਰ ਇੱਕ ਵੇਲਣ ਲੱਗਿਆ ਹੈ
ਕਹਿੰਦਾ ਕੋਈ ਬਰਤਨ ਇੱਕ ਖੋਖਲੇ ਅਰਧ ਗੋਲੇ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਖੋਖਲਾ ਬੇਲਣ ਲੱਗਿਆ ਹੈ। ਅਰਧ ਗੋਲੇ ਦਾ ਵਿਆਸ ਇਹ ਕਿੰਨਾ ਹੈ 14 ਸੈਂਟੀਮੀਟਰ। ਤਾਂ ਵਿਦਿਆਰਥੀਓ ਜਿੰਨਾ ਅਰਧ ਵਿਆਸ ਹੁੰਦਾ ਹੈ ਉਨੀ ਅਰਧ ਗੋਲੇ ਦੀ ਉਚਾਈ ਹੁੰਦੀ ਹੈ, ਯਾਨੀ ਕਿ 7 ਸੈਂਟੀਮੀਟਰ ਰਹਿ ਜੇਗੀ। ਔਰ ਅਰਧ ਗੋਲੇ ਇਸ ਬਰਤਨ ਦੀ ਕੁੱਲ ਉਚਾਈ ਜਿਹੜੀ ਹੈ, ਬਰਤਨ ਦੀ ਕੁੱਲ ਉਚਾਈ ਜਿਹੜੀ ਹੈ ਉਹ ਆਪਾਂ ਨੂੰ 13 ਸੈਂਟੀਮੀਟਰ ਦਿੱਤੀ ਹੈ ਇੱਥੋਂ ਲੈ ਕੇ ਇੱਥੋਂ ਤੱਕ, ਯਾਨੀ ਕਿ ਜਿਹੜੀ ਕੱਲੀ ਬੇਲਣ ਦੀ ਹੈ ਉਹ ਕਿੰਨੀ ਆ ਜਾਏਗੀ 6 ਸੈਂਟੀਮੀਟਰ। 13 ਚੋਂ 7 ਆਪਾਂ ਘਟਾ ਦਾਂਗੇ, ਕੁੱਲ ਕਿੰਨੀ ਆ ਜਾਏਗੀ 6 ਸੈਂਟੀਮੀਟਰ। ਤਾਂ ਆਓ ਆਪਾਂ ਸ਼ੁਰੂ ਕਰਦੇ ਹਾਂ। ਅਰਧ ਗੋਲੇ ਦਾ ਵਿਆਸ 14 ਸੈਂਟੀਮੀਟਰ, ਅਰਧ ਗੋਲੇ ਦਾ ਅਰਧ ਵਿਆਸ ਫਿਰ ਕਿੰਨਾ ਹੋਏਗਾ 14 ਦਾ ਅੱਧਾ ਰਹਿ ਜਾਂਦਾ ਹੈ 7 ਸੈਂਟੀਮੀਟਰ। ਤਾਂ ਵੇਲਣ ਦੀ ਉਚਾਈ ਇਹ ਵੀ ਜ਼ਰੂਰੀ ਹੈ। ਵੇਲਣ ਦੀ ਉਚਾਈ ਕਿੰਨੀ ਆ ਗਈ, ਕੁੱਲ 13 ਸੀਗੀ, 13 ਦੇ ਵਿੱਚੋਂ 7 ਮਾਈਨਸ ਕਰ ਦਾਂਗੇ ਆਪਾਂ ਤਾਂ ਕਿੰਨੀ ਰਹਿ ਗਈ 6 ਸੈਂਟੀਮੀਟਰ ਦੀ। ਤਾਂ ਹੁਣ ਆਪਾਂ ਅੰਦਰੂਨੀ ਸਤਹ ਦਾ ਖੇਤਰਫਲ ਪਤਾ ਕਰਨਾ ਹੈ। ਤਾਂ ਪਹਿਲਾਂ ਵੇਲਣ ਦਾ ਅੰਦਰੂਨੀ ਸਤਹ ਦਾ ਖੇਤਰਫਲ ਉਹ ਬਰਾਬਰ ਹੁੰਦਾ ਹੈ 2 ਪਾਈ ਆਰ ਐਚ। ਤਾਂ ਵੈਲਿਊਜ਼ ਪਾਈ ਦੀ ਵੈਲਿਊ 22/7, ਆਰ ਆਪਣੇ ਕੋਲ ਦਿੱਤਾ ਹੈ 6 ਸੈਂਟੀਮੀਟਰ 7 ਸੈਂਟੀਮੀਟਰ ਤੇ ਵੇਲਣ ਦੀ ਉਚਾਈ ਕਿੰਨੀ ਹੈ 6। 7 ਨਾਲ 7 ਕੈਂਸਲ, ਤਾਂ 2 ਦੀ 22 ਨਾਲ ਗੁਣਾ 44, 44 ਦੀ 6 ਨਾਲ ਗੁਣਾ ਕਰਾਂਗੇ ਆਪਾਂ 264। ਜਦੋਂ ਸਤਹ ਦੇ ਖੇਤਰਫਲ ਕੱਢਣੇ ਆ ਪਾਵਰ ਕਿੰਨੀ ਲਗਾਣੀ ਹੈ 2। ਉਸ ਤੋਂ ਬਾਅਦ ਗੋਲੇ ਦੀ ਅੰਦਰੂਨੀ ਸਤਹ ਦਾ ਖੇਤਰਫਲ, ਤਾਂ ਗੋਲੇ ਦੀ ਅੰਦਰੂਨੀ ਸਤਹ ਦਾ ਖੇਤਰਫਲ ਦਾ ਫਾਰਮੂਲਾ 2 ਪਾਈ ਆਰ ਸਕੁਅਰ 2 ਗੁਣਾ 22/7, ਆਰ ਆਪਣੇ ਕੋਲ 7 ਗੁਣਾ 7, 7 ਨਾਲ 7 ਕੈਂਸਲ, 44 ਦੀ 7 ਨਾਲ ਗੁਣਾ ਕਰੋ 308 ਸੈਂਟੀਮੀਟਰ ਦੀ ਪਾਵਰ 2। ਤਾਂ ਪੂਰੇ ਬਰਤਨ ਦਾ ਫਿਰ ਖੇਤਰਫਲ, ਬਰਤਨ ਦੀ ਅੰਦਰੂਨੀ ਸਤਹ ਦਾ ਖੇਤਰਫਲ, ਤਾਂ ਦੋਵੇਂ ਜਿਹੜੇ ਹੈਗੇ ਆਪਣੇ ਕੋਲ ਭਾਂਡੇ ਅਰਧ ਗੋਲਾ ਤੇ ਬੇਲਣ ਦੀ ਇਹਨਾਂ ਦਾ ਜੋੜ ਕਰ ਦਿਓ 264 ਪਲੱਸ 308, ਤਾਂ ਕੁੱਲ ਆ ਗਿਆ ਆਪਣੇ ਕੋਲ 572 ਸੈਂਟੀਮੀਟਰ ਦੀ ਪਾਵਰ 2। ਕੁਐਸਚਨ ਨੰਬਰ 2 ਕੰਪਲੀਟ ਹੋ ਗਿਆ ਵਿਦਿਆਰਥੀਓ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਥਰਡ ਕੁਐਸਚਨ। ਤਾਂ ਵਿਦਿਆਰਥੀਓ ਅਗਰ ਫਾਰਮੂਲੇ ਤੁਹਾਨੂੰ ਲਰਨ ਨਹੀਂ ਗਏ ਤਾਂ ਇੱਕ ਵਾਰ ਫਾਰਮੂਲੇ ਸਾਹਮਣੇ ਰੱਖ ਲਓ, ਬਟ ਫਾਰਮੂਲੇ ਯਾਦ ਜ਼ਰੂਰ ਕਰੋ। ਬਿਨਾ ਫਾਰਮੂਲੇ ਤੋਂ ਇਹ ਐਕਸਰਸਾਈਜ਼ ਜਿਹੜੀ ਹੈ ਉਹ ਡਿਫਿਕਲਟ ਲੱਗੇਗੀ ਤੁਹਾਨੂੰ। ਅਗਰ ਫਾਰਮੂਲੇ ਲਰਨ ਹੋ ਗਏ ਫਿਰ ਇਹ ਐਕਸਰਸਾਈਜ਼ ਬਹੁਤ ਹੀ ਆਸਾਨ ਲੱਗੇਗੀ। ਕੁਐਸਚਨ ਨੰਬਰ 3, ਇੱਕ ਖਿਡੌਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਇੱਕ ਸ਼ੰਕੂ ਦੇ ਆਕਾਰ ਦਾ ਹੈ ਜੋ ਉਸਦੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਤੇ ਟਿਕਿਆ ਹੈ। ਇਸ ਖਿਡੌਣੇ ਦੀ ਉਚਾਈ 15.5 ਸੈਂਟੀਮੀਟਰ ਹੈ। ਇਸ ਖਿਡੌਣੇ ਦੀ ਕੁੱਲ ਸਤਹ ਦਾ ਖੇਤਰਫਲ ਪਤਾ ਕਰੋ। ਤਾਂ ਦੇਖੋ ਵਿਦਿਆਰਥੀਓ, ਪਿਛਲਾ ਜਿਵੇਂ ਕੁਐਸਚਨ ਸੀਗਾ ਸੈਕਿੰਡ, ਉਸਦੇ ਅਰਧ ਗੋਲੇ ਦੇ ਉੱਪਰ ਵੇਲਣ ਲੱਗਿਆ ਸੀ, ਪਰ ਇਸ ਵਾਰੀ ਇਹਦੇ ਉੱਪਰ ਕੀ ਲੱਗਿਆ ਹੈ ਸ਼ੰਕੂ। ਤਾਂ ਇਸ ਆਕਾਰ ਦਾ ਹੈ। ਤਾਂ ਜਿਹੜਾ ਅਰਧ ਵਿਆਸ ਹੈ, ਇਸ ਵਾਰ ਅਰਧ ਵਿਆਸ ਦਿੱਤਾ ਹੈ ਉਹ ਕਿੰਨਾ ਦਿੱਤਾ ਹੈ 3.5 ਸੈਂਟੀਮੀਟਰ ਤੇ ਖਿਡੌਣੇ ਦੀ ਕੁੱਲ ਉਚਾਈ ਜਿਹੜੀ ਹੈ ਉਹ 15.5 ਹੈ। ਤਾਂ ਵਿਦਿਆਰਥੀਓ ਮੈਂ ਤੁਹਾਨੂੰ ਦੱਸਿਆ ਸੀ ਇਹ ਵੀ 3.5 ਹੋਏਗੀ ਔਰ ਕੁੱਲ ਆਪਾਂ ਨੂੰ ਦਿੱਤੀ ਹੈ 15.5। ਤਾਂ 15.5 ਚੋਂ 3.5 ਮਾਈਨਸ ਕਰ ਦਾਂਗੇ, ਯਾਨੀ ਕਿ ਸ਼ੰਕੂ ਦੀ ਕਿੰਨੀ ਆ ਜਾਏਗੀ ਉਚਾਈ 12 ਸੈਂਟੀਮੀਟਰ। ਤਾਂ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਕੁਐਸਚਨ ਦੀ। ਅਰਧ ਗੋਲੇ ਦਾ ਅਰਧ ਵਿਆਸ ਬਰਾਬਰ 3.5 ਸੈਂਟੀਮੀਟਰ, ਫਿਰ ਸ਼ੰਕੂ ਦਾ ਅਰਧ ਵਿਆਸ ਉਹ ਵੀ ਸੇਮ ਹੋਏਗਾ 3.5 ਸੈਂਟੀਮੀਟਰ। ਮੇਨ ਸ਼ੰਕੂ ਦੀ ਉਚਾਈ ਚਾਹੀਦੀ ਹੈ ਤੇ ਇੱਕ ਤਿਰਛੀ ਉਚਾਈ ਚਾਹੀਦੀ ਹੈ। ਸ਼ੰਕੂ ਦੀ ਉਚਾਈ ਕਿੰਨੀ ਆ ਗਈ 15.5 ਚੋਂ ਆਹ ਵਾਲਾ ਜਿਹੜਾ ਹਿੱਸਾ ਹੈ ਉਹ ਮਾਈਨਸ ਕਰ ਦਾਂਗੇ 3.5, ਆਪਣੇ ਕੋਲ ਰਹਿ ਗਈ 12 ਸੈਂਟੀਮੀਟਰ। ਤਾਂ ਮੇਨ ਹੈ ਸ਼ੰਕੂ ਦੀ ਤਿਰਛੀ ਉਚਾਈ, ਤਿਰਛੀ ਉਚਾਈ ਇਹ ਮੇਨ ਹੈ। ਉਸ ਦਾ ਫਾਰਮੂਲਾ ਤਿਰਛੀ ਉਚਾਈ ਦਾ r ਦੀ ਪਾਵਰ 2 ਪਲੱਸ h ਦੀ ਪਾਵਰ 2 ਦਾ ਵਰਗਮੂਲ। ਤਾਂ ਅਰਧ ਵਿਆਸ ਕਿੰਨਾ ਦਿੱਤਾ ਹੈ 3.5, ਇਸ ਦਾ ਵਰਗ, ਤੇ h ਕਿੰਨਾ ਹੈ 12 ਦਾ ਵਰਗ।
ਤਾਂ ਮੇਨ ਸਟੈਪ ਇਹੀ ਸੀਗਾ 3.5 ਦੀ 3.5 ਯਾਨੀ ਕਿ 35 ਦੀ 35 ਨਾਲ ਗੁਣਾ। ਸ਼ਾਰਟਕਟ ਟ੍ਰਿਕ 5 ਗੁਣਾ 5 25 ਕਰ ਲਓ। ਇਸ ਨੂੰ ਇੱਕ ਵਧਾ ਲਿਆ ਕਰੋ ਵਿਦਿਆਰਥੀਓ। 4 ਗੁਣਾ 3 12 ਯਾਨੀ ਕਿ 12.25 ਤੇ 12 ਗੁਣਾ 12 144। ਤਾਂ ਇਹਨਾਂ ਦਾ ਜੋੜ 156.25। ਤਾਂ ਇਸ ਦਾ ਸਕੁਅਰ ਰੂਟ ਕਰ ਲਓ 156.25 ਦਾ। 8ਵੀਂ ਕਲਾਸ ਦੇ ਵਿੱਚ ਸਿੱਖ ਚੁੱਕੇ ਹੋ। 12.5 ਸੈਂਟੀਮੀਟਰ। ਹੁਣ ਆਪਾਂ ਖਿਡੌਣੇ ਦੀ ਕੁੱਲ ਸਤਹ ਦਾ ਖੇਤਰਫਲ ਪਤਾ ਕਰਨਾ ਹੈ। ਉਹ ਬਰਾਬਰ ਕਿਸ ਦੇ ਹੋਏਗਾ? ਅਰਧਗੋਲੇ ਦੀ ਕੁੱਲ ਸਤਹ ਦਾ ਖੇਤਰਫਲ ਪਲੱਸ ਸ਼ੰਕੂ ਦੀ ਕੁੱਲ ਸਤਹ ਦਾ ਖੇਤਰਫਲ। ਜੇ ਤੁਹਾਨੂੰ ਫਾਰਮੂਲੇ ਯਾਦ ਹੈ ਤਾਂ ਵਿਦਿਆਰਥੀਓ ਬਹੁਤ ਹੀ ਆਸਾਨ ਹੈ। ਅਰਧਗੋਲੇ ਦੀ ਕੁੱਲ ਸਤਹ ਦਾ ਖੇਤਰਫਲ ਦਾ ਫਾਰਮੂਲਾ 3πr²। ਇਹਦੀ ਵਕਰ ਸਤਹ ਦਾ ਆਏਗਾ ਕਿਉਂਕਿ ਉੱਪਰ ਢੱਕਣ ਨਹੀਂ ਹੋਏਗਾ ਇਸ ਦੇ ਉੱਪਰ ਢੱਕਣ ਨਹੀਂ ਹੈ ਤਾਂ ਇਹ 2πr²। ਤੇ ਸ਼ੰਕੂ ਦੀ ਕੁੱਲ ਸਤਹ ਦਾ ਖੇਤਰਫਲ πr l+r। ਇਹ ਵਿਦਿਆਰਥੀਓ ਸਮਝ ਆ ਗਿਆ ਕਿਉਂਕਿ ਜੇ ਇਹਦੇ ਉੱਪਰ ਇੱਕ ਪਾਸਾ ਢੱਕਣ ਹੋਰ ਲੱਗਿਆ ਹੁੰਦਾ ਤਾਂ ਫਿਰ ਇੱਥੇ ਕੁੱਲ ਸਤਹ ਦਾ ਖੇਤਰਫਲ ਆਉਣਾ ਸੀਗਾ। ਤਾਂ ਹੁਣ ਵਿਦਿਆਰਥੀਓ ਵੈਲਿਊਜ਼ ਪੁੱਟ ਕਰਨੀਆਂ ਬਸ ਆਪਾਂ। ਤਾਂ ਕੁਐਸਚਨ ਸੋਲਵ ਹੋ ਗਿਆ। ਤਾਂ ਵੈਲਿਊਜ਼ ਪੁੱਟ ਕਰੋ। 2 ਗੁਣਾ ਪਾਈ ਦੀ ਵੈਲਿਊ 22/7। r ਕਿੰਨਾ ਹੈ? 3.5 ਗੁਣਾ 3.5 ਪਲੱਸ ਤੇ ਪਾਈ ਦੀ ਵੈਲਿਊ ਫਿਰ 22/7। r ਆਪਣੇ ਕੋਲ 3.5 l+r 12.5 ਪਲੱਸ 3.5। ਤਾਂ 2 ਗੁਣਾ 22/7। ਇਸ ਨੂੰ ਆਪਾਂ 35/10 ਲਿਖ ਸਕਦੇ ਹਾਂ। 22/7 ਗੁਣਾ 35/10 ਗੁਣਾ ਇਹਨਾਂ ਦਾ ਜੋੜ 13 ਤੇ 5 13 3 16। ਤਾਂ ਹੁਣ ਵਿਦਿਆਰਥੀਓ ਜੋ ਆਪਾਂ ਕੈਂਸਲ ਆਊਟ ਕਰਨਾ ਹੈ, ਕੱਟਣਾ ਹੈ, ਕੱਟ ਦਿੰਨੇ ਆ। 7 ਨੂੰ 5 ਤੇ ਕੱਟਿਆ 35, 5 ਨੂੰ 10 ਤੇ ਕੱਟਿਆ 2 ਇਸ ਨਾਲ ਕੱਟਿਆ ਗਿਆ। ਉਸ ਤੋਂ ਬਾਅਦ ਫਿਰ 5 ਦੇ ਪਹਾੜੇ ਤੇ ਕੱਟਿਆ 5 2 10 ਇਹ 7 2 ਨੂੰ ਇਸ ਤੇ ਕੱਟਿਆ 11 11 7 77 ਆ ਗਿਆ। 7 ਗੁਣਾ 5 35, 5 ਨੂੰ ਇਸ ਨਾਲ ਕੱਟਿਆ 2 ਨੂੰ ਇਸ ਨਾਲ ਕੱਟਿਆ 11 ਦੀ 16 ਨਾਲ ਗੁਣਾ ਵਿਦਿਆਰਥੀਓ ਇੱਥੇ ਵੀ ਆਪਾਂ ਕੁੱਲ ਸਤਹ ਨਹੀਂ ਸ਼ੰਕੂ ਦੀ ਵੀ ਵਕਰ ਸਤਹ ਲਵਾਂਗੇ। 2 ਮਿੰਟ ਇੱਥੇ ਚੇਂਜਸ ਹੈ ਥੋੜੇ ਜਿਹੇ। ਸ਼ੰਕੂ ਦੀ ਵਕਰ ਸਤਹ ਇਸ ਵਿੱਚ ਵੀ ਨਹੀਂ ਆ ਰਿਹਾ πr l ਆਏਗਾ। ਤਾਂ πr l ਕਿੰਨਾ ਹੈ? 12.5। ਤਾਂ ਬਹੁਤ ਹੀ ਆਸਾਨ ਹੈ ਬਸ 35/10 ਗੁਣਾ 125/10। ਬਾਕੀ ਸੇਮ ਸਟੈਪ ਸੀਗਾ ਬਸ ਇੱਥੇ ਚੇਂਜਸ ਸੀ। 7 ਨਾਲ ਕੱਟਿਆ 5 5 ਨੂੰ ਇਸ ਤੇ ਕੱਟਿਆ 2 ਨੂੰ 22 ਤੇ ਕੱਟਿਆ 11 ਇੱਥੇ 2 ਆ ਗਿਆ। 5 ਦੇ ਟੇਬਲ ਤੇ ਕੱਟਿਆ 25 ਦੀ ਇਸ ਨਾਲ ਗੁਣਾ ਕਰਾਂਗੇ ਇਹ ਆ ਜਾਏਗਾ ਆਪਣੇ ਕੋਲ 275/2। 275 ਨੂੰ 2 ਨਾਲ ਡਿਵਾਈਡ ਕੀਤਾ 137.5। ਫਿਰ ਇਹਨਾਂ ਦਾ ਜੋੜ 214.5 ਸੈਂਟੀਮੀਟਰ ਦੀ ਪਾਵਰ 2। ਇਹ ਵਿਦਿਆਰਥੀਓ ਪੂਰੇ ਖਿਡੌਣੇ ਦੀ ਕੁੱਲ ਸਤਹ ਦਾ ਖੇਤਰਫਲ ਆ ਚੁੱਕਿਆ ਆਪਣੇ ਕੋਲ। ਤਾਂ ਨੈਕਸਟ ਕੁਐਸਚਨ ਨੰਬਰ 4। ਭੁਜਾ 7 ਸੈਂਟੀਮੀਟਰ। ਕੁਐਸਚਨ ਨੰਬਰ 4 ਭੁਜਾ 7 ਸੈਂਟੀਮੀਟਰ ਵਾਲੇ ਇੱਕ ਘਨਾਕਾਰ ਬਲਾਕ ਦੇ ਉੱਪਰ ਇੱਕ ਅਰਧਗੋਲਾ ਰੱਖਿਆ ਹੋਇਆ ਹੈ। ਅਰਧਗੋਲੇ ਦਾ ਵੱਧ ਤੋਂ ਵੱਧ ਵਿਆਸ ਕੀ ਹੋ ਸਕਦਾ ਹੈ? ਇਸ ਤਰ੍ਹਾਂ ਬਣੇ ਠੋਸ ਦੀ ਸਤਹ ਦਾ ਖੇਤਰਫਲ ਪਤਾ ਕਰੋ। ਇਹ ਇੱਕ ਘਣ ਹੈ। ਘਣ ਦੇ ਉੱਤੇ ਇੱਕ ਅਰਧਗੋਲਾਕਾਰ ਰੱਖਿਆ ਗਿਆ ਹੈ। ਉਹ ਕਿੰਨਾ ਰੱਖਿਆ ਗਿਆ ਹੈ ਇਹ ਆਪਾਂ ਕਨਫਰਮ ਕਰਨਾ ਹੈ। ਉਸ ਦਾ ਵਿਆਸ ਕੀ ਹੈ? ਤਾਂ ਘਣ ਦੀ ਜਿਹੜੀ ਭੁਜਾ ਹੈ ਉਹ 7 ਸੈਂਟੀਮੀਟਰ ਹੈ। ਘਣਾਕਾਰ ਬਲਾਕ ਦੀ ਭੁਜਾ ਬਰਾਬਰ 7 ਸੈਂਟੀਮੀਟਰ। ਇਸ ਉੱਪਰ ਅਰਧਗੋਲਾ ਰੱਖਿਆ ਹੈ। ਤਾਂ
अर्ध गोले दा व्यास घन दी भुजा दे बराबर हो सकता है, ये पूछया उन्हें। तो फिर अर्ध गोले दा व्यास फिर कितना आ जाऊगा 7 सेंटीमीटर। तो अर्ध गोले दा अर्ध व्यास वो कितना हो जाएगा 7/2 सेंटीमीटर। उस तो बाद आपां पूरे ठोस की सतह का खेत्रफल पता करना है दोनों मिला के। तो सब तो पहला घन की कुल सतह का खेत्रफल, घन की कुल सतह का खेत्रफल किहदे बराबर हुंदा है 6 गुणा भुजा की पावर 2, यानी कि 6 गुणा 7 की पावर 2। तो 6 गुणा 7 गुणा 7, तो ये अपने को आ गया 6 गुणा 49 बराबर 294 सेंटीमीटर की पावर 2। हुण पूरे ठोस की सतह का खेत्रफल बराबर किस दे होएगा, घन की कुल सतह का खेत्रफल, एक तो घन का आ गया, माइनस ये वाला आधार जिहड़ा है माइनस करांगे, अर्ध गोले दे आधार का खेत्रफल ये माइनस होएगा इस विचों, प्लस माइनस क्यों होएगा क्योंकि आ जिहड़ी सतह हैगी है ये घन की भुजा दे विच भी आ गई। तो अर्ध गोले दी वक्र सतह का खेत्रफल विच प्लस होएगा। तो देखो विद्यार्थियों हुण लास्ट स्टैप ते क्वेश्चन। तो अपने को 294 तो घन की कुल सतह की आई चुकी है, माइनस अर्ध गोले की आधार का खेत्रफल की होगा पाई आर स्केयर, प्लस गोले की वक्र सतह का खेत्रफल किहदे बराबर हुंदा है 2 पाई आर स्केयर। तो 2 पाई आर स्केयर चो 1 पाई आर स्केयर गया, तो अपने को रह गया पाई आर स्केयर। तो वैल्यू पुट करो, पाई की वैल्यू 22/7, आर अपने को 7/2 दिता है, 7 नाल 7 कैंसल, 2 नूं इस नाल कैंसल किया 11, 294 प्लस 77/2, 77 नूं 2 नाल डिवाइड करता 38.5, तो इन्हां दा जोड़ आ गया 332.5 सेंटीमीटर की पावर 2। ये अपने को आंसर आ गया। तो आखिरी क्वेश्चन विद्यार्थियों पार्ट 1 की वीडियो दे विच, पार्ट 2 की वीडियो दे विच बाकी दे क्वेश्चन कंप्लीट करांगे। लास्ट क्वेश्चन नंबर 5, इस तो बाद 4 क्वेश्चन होर बाकी ने, 9 तक कुल क्वेश्चन ने, वो पार्ट 2 की वीडियो दे विच करांगे। एक घनाकार लक्कड़ के ब्लॉक के एक फलक नूं अंदर वल कट के एक अर्धगोलाकार खड्डा बनाया गया है कि अर्धगोलाकार का व्यास घन के किनारे दे लंबाई के बराबर है, बाकी बचे ठोस के सतह का खेत्रफल पता करो। तो देखो विद्यार्थियों घन का किनारा वो बराबर कि है L, उसके बराबर ही अर्धगोले का व्यास कटिया गया है, अर्धगोले का व्यास भी कितना हो गया L। तो फिर अर्धगोले का अर्धव्यास कितना हो गया L/2। अर्धगोला कटन तो बाद बाकी बचे ठोस का खेत्रफल तो किहदे बराबर होएगा। देखो विद्यार्थियों घन दे विचों कढ़िया गया है, घन की कुल सतह का खेत्रफल किहदे बराबर हुंदा है 6 गुणा भुजा की पावर 2। फिर उस तरह ही अर्धगोला कढ़िया गया जिवें पिछले क्वेश्चन किया सी, पाई आर स्केयर माइनस करांगे, प्लस उसकी कुल सतह का खेत्रफल मैं बार बार फार्मूले नहीं लिख रहा, वक्र सतह का खेत्रफल 2 पाई आर स्केयर प्लस करांगे। तो 6 गुणा भुजा की वैल्यू कितनी है L स्केयर, ये कितना हो गया 2 पाई आर चो पाई आर स्केयर गए तो पाई आर स्केयर ही रह गई। तो इतने वैल्यू पुट कर दो 6L स्केयर प्लस पाई L/2, अर्धव्यास कितना है L/2। तो ये अपने को आ गया 6L स्केयर प्लस पाई L स्केयर बटा 4। तो L स्केयर कॉमन, L स्केयर बटा 4 कॉमन, तो 6 चौका 24 रह गया प्लस पाई सेंटीमीटर
ਸੈਂਟੀਮੀਟਰ ਦਿੱਤਾ ਨਹੀਂ। ਇਹ ਆਪਣੇ ਕੋਲ ਵਿਦਿਆਰਥੀਓ 5th ਕੁਐਸਚਨ ਦਾ ਆਨਸਰ ਆ ਗਿਆ। ਤਾਂ ਵੀਡੀਓ IPS ਮੈਥ ਕਲਾਸਿਸ ਜੁਆਇਨ ਕਰਨ ਲਈ ਤੁਹਾਡਾ ਧੰਨਵਾਦ। ਪਾਰਟ 2 ਦੀ ਵੀਡੀਓ ਵਿੱਚ ਨੈਕਸਟ ਕੁਐਸਚਨ ਕਰਾਂਗੇ। ਧੰਨਵਾਦ।